ਹੈਪੇਟਾਈਟਸ ਬੀ ਸੀ ਦੇ ਕਿਹੜੀ ਸਰ ਲੱਛਣ ਹੈਗੇ ਆ ਜੀ? ਇਹ ਨਾ ਜੀ ਨਾਨ ਕਮਿਊਨੀਕੇਬਲ ਡਿਜ਼ੀਜ਼ਸ ਹੈ ਜਿਹੜੀਆਂ NCD ਅੱਜ ਕੱਲ੍ਹ ਜਿਹੜੇ ਹੈਗੇ ਆ, ਇਹਦੇ ਵਿੱਚ ਸਭ ਤੋਂ ਜਿਹੜੇ ਅਹਿਮ ਹੈ ਦੋ ਬਿਮਾਰੀਆਂ ਹੈ। ਇੱਕ ਤਾਂ ਸ਼ੂਗਰ ਹੈ, ਇੱਕ ਬਲੱਡ ਪ੍ਰੈਸ਼ਰ ਹੈ। ਤੀਸਰੀ ਹੈ ਜਿਹੜੀ ਸਟ੍ਰੋਕ, ਜਿਹਦੇ 'ਚ ਆਪਾਂ ਪਾਸਾ ਕਰ ਜਾਂਦਾ। ਜਿੱਥੋਂ ਤੱਕ ਤਾਂ ਅਸੀਂ ਸ਼ੂਗਰ ਦੀ ਗੱਲ ਕਰੀਏ ਤਾਂ ਸ਼ੂਗਰ ਦਾ ਆਮ ਮਰੀਜ਼ ਸਾਡੇ ਕੋਲ ਆਉਂਦਾ ਜੀ, ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ, ਪਿਸ਼ਾਬ ਜ਼ਿਆਦਾ ਆਉਂਦਾ, ਭੁੱਖ ਜ਼ਿਆਦਾ ਲੱਗਦੀ ਹੈ, ਜ਼ਖਮ ਨਹੀਂ ਠੀਕ ਹੁੰਦਾ, ਜਾਂ ਭਾਰ ਘਟ ਰਿਹਾ ਜਾਂ ਵੱਧ ਰਿਹਾ। ਤਾਂ ਅਸੀਂ ਜੇ ਸੋਚਦੇ ਹਾਂ ਵੀ ਇਹ ਡਾਇਬਟੀਜ਼ ਹੋ ਸਕਦੀ ਹੈ, ਜੇ ਪੋਲੀਯੂਰੀਆ, ਪੋਲੀਡਿਪਸੀਆ, ਪੋਲੀਫੇਜ਼ੀਆ, ਤਾਂ ਉਸ ਨੂੰ ਅਸੀਂ ਸ਼ੂਗਰ ਦਾ ਜਿਹੜੇ ਸਾਰੇ ਟੈਸਟ ਕਰਾਉਂਦੇ ਹਾਂ। ਔਰ ਉਸ ਦੇ ਵਿੱਚ ਖਾਸ ਕਰਕੇ ਜਿਹੜਾ ਸ਼ੂਗਰ ਹੈ, ਇਹ ਜਿਹੜਾ ਅੱਜ ਜਿਹੜੀਆਂ ਯੰਗ ਡੈਥਸ ਹੋ ਰਹੀਆਂ 45 ਤੋਂ 55, ਉਹਦਾ ਮੇਜਰ ਕਾਰਨ ਹੈ। ਜਿੱਥੋਂ ਤੱਕ ਅਸੀਂ ਬਲੱਡ ਪ੍ਰੈਸ਼ਰ ਦੀ ਜੇ ਗੱਲ ਕਰੀਏ ਤਾਂ ਆਮ ਸਾਡੇ ਕੋਲ ਮਿਲ ਜਾਂਦੇ ਆ ਜੀ, ਸਿਰ ਭਾਰਾ ਰਹਿੰਦਾ ਹੈ, ਕਈ ਵਾਰੀ ਵਿਜ਼ਨ ਦੀਆਂ ਹੋ ਸਕਦੀਆਂ ਪ੍ਰੋਬਲਮਸ, ਕੋਈ ਇਰੀਟੇਬਲ ਹੁੰਦਾ ਹੈ, ਤਾਂ ਉਹਦਾ ਅਸੀਂ ਹਰ 30 ਸਾਲ ਤੋਂ ਉੱਪਰ ਬੰਦੇ ਦਾ ਬਲੱਡ ਪ੍ਰੈਸ਼ਰ ਚੈੱਕ ਕਰਦੇ ਹਾਂ। ਔਰ ਜੇ 2 ਕੰਸਿਸਟੈਂਟ ਰੀਡਿੰਗਸ ਸਾਨੂੰ ਲੱਗਦੀਆਂ ਵਧੀਆ ਹੋਈਆਂ ਤਾਂ ਫਿਰ ਅਸੀਂ ਉਸ ਦਾ ਟ੍ਰੀਟਮੈਂਟ ਹੈ, ਜੇ 140-90 ਤੱਕ ਹੈ, ਡਾਈਟ ਹੈ, ਐਕਸਰਸਾਈਜ਼ ਹੈ, ਜੇ ਜ਼ਿਆਦਾ ਹਾਇਰ ਐਂਡ 'ਤੇ ਆ ਤਾਂ ਫਿਰ ਅਸੀਂ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਪਾਉਂਦੇ ਹਾਂ। ਜਿੱਥੋਂ ਤੱਕ ਅਸੀਂ ਕਰੀਏ ਕਾਲਾ ਪੀਲੀਆ, ਜਿਹਨੂੰ ਹੈਪੇਟਾਈਟਸ B ਤੇ C ਕਹਿੰਦੇ ਆ, ਉਸ ਦੇ ਵਿੱਚ ਜਨਰਲੀ ਮਰੀਜ਼ ਸਾਡੇ ਕੋਲ ਆਉਂਦਾ ਜੀ, ਮੈਨੂੰ ਭੁੱਖ ਨਹੀਂ ਲੱਗਦੀ, ਕਮਜ਼ੋਰੀ ਹੁੰਦੀ ਹੈ, ਬਾਡੀ ਐਕਸ ਰਹਿੰਦੀ ਹੈ, ਵੀ ਇੱਕ ਵਾਇਰਲ ਫੀਚਰਸ ਹੁੰਦੇ ਆ, ਬੁਖਾਰ ਜਾ ਰਹਿੰਦਾ ਹੈ, ਸਰੀਰ ਅੰਬਿਆਂ ਜਾ ਰਹਿੰਦਾ, ਇਸ ਤਰ੍ਹਾਂ ਦੀਆਂ ਬਿਸ਼ਤਾਂ। ਤਾਂ B ਤੇ C ਦੇ ਜਿਹੜੇ ਟੈਸਟ ਹੈ, ਦੋਨੋਂ ਅਲਾਈਜ਼ਾ ਅਤੇ ਐਂਟੀਜਨ ਸਾਡੇ ਸਿਵਲ ਹਸਪਤਾਲ 'ਚ ਫ੍ਰੀ ਹੁੰਦੇ। ਔਰ ਇਹਨਾਂ ਸਾਰੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਹੈ, ਸ਼ੂਗਰ ਦਾ ਜਿਹੜੀਆਂ ਆਮ ਦਵਾਈਆਂ ਸ਼ੂਗਰ ਦੀਆਂ, ਗਲਿਮੀਪ੍ਰਾਈਡ, ਮੈਟਫਾਰਮਿਨ, ਬਲੱਡ ਪ੍ਰੈਸ਼ਰ ਦੀ ਹੈ, ਲੋਸਾਰਟਨ ਹੈ, ਟੀਨੋਲੋਲ ਹੈ, ਅਮਲੋਡੀਪੀਨ ਹੈ, ਹੈਪੇਟਾਈਟਸ B ਤੇ C, ਇਹ ਸਾਰੀਆਂ ਦਵਾਈਆਂ ਜਿਹੜੀਆਂ ਆਮ, ਇਹ ਸਾਡੇ ਸਿਵਲ ਹਸਪਤਾਲਾਂ ਦੇ ਵਿੱਚ ਮੁਫਤ ਮਿਲਦੀਆਂ। ਔਰ ਇਹ ਅਸੀਂ ਖਾਸ ਕਰਕੇ ਜਿਹੜੇ ਗਰੀਬ ਮਰੀਜ਼ ਹੈ, ਉਹਨਾਂ ਨੂੰ ਅਸੀਂ ਇੱਕ ਚੀਜ਼ ਦੀ ਬੜੀ, ਸਾਡੇ ਕਾਉਂਸਲਰ ਹੈ ਸਮਝਾਉਂਦੇ ਆ ਵੀ ਦਵਾਈ ਲੈਣੀ ਜ਼ਿਆਦਾ ਜ਼ਰੂਰੀ ਹੈ। ਵੀ ਇਹ ਕੀ ਕਈ ਵਾਰੀ ਕਹਿੰਦਾ ਜੀ ਪ੍ਰਾਈਵੇਟ ਵਾਲਾ ਕਹਿੰਦਾ ਯਾਰ ਦਵਾਈ ਬਹੁਤ ਵਧੀਆ ਹੈ। ਦੇਖੋ ਸਭ ਤੋਂ ਇੰਪੋਰਟੈਂਟ ਹੈ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ। ਉਦੋਂ ਬਾਅਦ ਡਿਪੈਂਡ ਕਰਦਾ ਜੇ ਮਰੀਜ਼ ਦੀ ਅਫੋਰਡੇਬਿਲਿਟੀ ਹੈ ਅਤੇ ਕਿਸ ਗਰੁੱਪ ਦੀ ਦਵਾਈ ਦਿੱਤੀ ਜਾਵੇ। ਮੰਨ ਲਓ ਜੇ ਅਸੀਂ ਬਲੱਡ ਪ੍ਰੈਸ਼ਰ ਦੀ ਗੱਲ ਕਰੀਏ ਤਾਂ ਅਸੀਂ ਉਹ ਦਵਾਈ ਪ੍ਰੈਫਰ ਕਰਦੇ ਹਾਂ ਬਲੱਡ ਪ੍ਰੈਸ਼ਰ ਦੀ ਜਿਹਦਾ 24 ਘੰਟੇ ਅਸਰ ਰਹੇ। ਪਰ ਇਹ ਨਹੀਂ ਵੀ ਅਸੀਂ ਉਹਨੂੰ ਲੋਸਾਰਟਨ ਦੇ ਨਹੀਂ ਸਕਦੇ, ਲੋਸਾਰਟਨ 2 ਵਾਰੀ ਦੇ ਦਿੰਦੇ ਅਸੀਂ। ਜੇ ਮਰੀਜ਼ ਨਾ ਲੈਣ ਨਾਲੋਂ ਬੈਟਰ ਹੈ ਵੀ 2 ਵਾਰੀ ਲੈ ਲਵੇ। ਉਵੇਂ ਸ਼ੂਗਰ ਦੀ ਗੱਲ ਕਰੀਏ ਤਾਂ ਸ਼ੂਗਰ ਦੀ ਅਸੀਂ ਜੇ ਬੰਦਾ ਮੋਟਾ ਹੈ ਤਾਂ ਅਸੀਂ ਉਹਨੂੰ ਮੈਟਫਾਰਮਿਨ ਆਉਂਦੀ ਹੈ, ਸਾਰੀਆਂ ਨਵੀਆਂ ਦਵਾਈਆਂ ਆਈਆਂ, ਡੈਪਾਗਲਿਫਲੋਜ਼ਨਸ ਹੈ, ਹੈਮਾਗਲਿਫਲੋਜ਼ਨਸ ਹੈ, GPL ਆਉਂਦੀਆਂ, ਉਹ ਥੋੜ੍ਹੀਆਂ ਹਾਈ ਐਂਡ ਦਵਾਈਆਂ, ਕਾਸਟਲੀ ਹੈ, ਪਰ ਅਸੀਂ ਐਟਲੀਸਟ ਮਰੀਜ਼ ਮੈਟਫਾਰਮਿਨ ਤਾਂ ਲੈ ਹੀ ਸਕਦਾ। ਪਤਲਾ ਮਰੀਜ਼ ਹੈ ਉਹਦੇ 'ਚ ਗਲਿਮੀਪ੍ਰਾਈਡ ਦੇ ਸਕਦੇ, ਇੰਸੂਲਿਨ ਦੇ ਸਕਦੇ। ਤਾਂ ਇਸ ਕਰਕੇ ਸਾਡਾ ਇਹ ਹੁੰਦਾ ਵੀ ਇੱਕ ਤਾਂ ਟੈਸਟ ਰੈਗੂਲਰ ਕਰਾਓ, ਦਵਾਈ ਰੈਗੂਲਰ ਲਓ, ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਨਾ ਲਓ, ਤਾਂ ਇਹਨਾਂ ਬਿਮਾਰੀਆਂ 'ਤੇ ਕੰਟਰੋਲ ਕੀਤਾ ਜਾ ਸਕਦਾ। ਮੇਰਾ ਨਾਮ ਮਨਪ੍ਰੀਤ ਕੌਰ ਹੈ। ਮੈਂ ਬਤੌਰ NCD ਕਾਉਂਸਲਰ ਪਿਛਲੇ 9-10 ਸਾਲਾਂ ਤੋਂ ਹੈਲਥ ਡਿਪਾਰਟਮੈਂਟ ਦੇ ਵਿੱਚ ਆਪਦੀ ਸੇਵਾਵਾਂ ਨਿਭਾ ਰਹੀ ਹਾਂ। ਅਤੇ ਮੈਂ ਸਿਵਲ ਹਸਪੀਟਲ ਫਰੀਦਕੋਟ ਵਿਖੇ ਆਪਣਾ 1 ਨੰਬਰ ਕਮਰੇ ਵਿੱਚ SMO ਸਰ ਦੇ ਰੂਮ 'ਚ ਮੇਰੀ ਡਿਊਟੀ ਹੁੰਦੀ ਹੈ। ਜੇ ਕਿਸੇ ਤਰ੍ਹਾਂ ਦੀ ਕੋਈ NCD ਜਿਹੜੇ ਪ੍ਰੋਗਰਾਮ ਦੇ ਅੰਡਰ ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ, ਸ਼ੂਗਰ, BP, ਕੈਂਸਰ ਅਤੇ ਸਟ੍ਰੋਕ, ਇਹ ਚੀਜ਼ਾਂ ਦੇ ਮੈਂ ਕਾਉਂਸਲਿੰਗ ਕਰਦੀ ਹਾਂ। ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਇਹਦੇ ਤੋਂ ਰਿਗਾਰਡਿੰਗ, ਆਪਣੇ ਕੋਲ ਸਪੈਸ਼ਲਿਸਟ ਡਾਕਟਰ ਵੀ ਹੈਗੇ ਆ ਅਤੇ ਮਾਹਰ ਡਾਕਟਰ ਹੈਗੇ ਆ, ਅਤੇ ਮੈਂ ਬਤੌਰ ਉਹਨਾਂ ਦੀ ਕਾਉਂਸਲਰ ਹੋਣ ਦੇ ਨਾਤੇ ਉਹਨਾਂ ਦੀ ਕਾਉਂਸਲਿੰਗ ਕਰਦੀ ਹਾਂ। ਆਪਣੇ ਕੋਲ ਬਹੁਤ ਸਾਰੇ ਇੱਦਾਂ ਦੇ ਪੇਸ਼ੈਂਟਸ ਆਉਂਦੇ ਆ, ਕਈ ਵਾਰ ਕੋਈ ਪੇਸ਼ੈਂਟਸ ਆਉਂਦੇ ਆ ਉਹਨਾਂ ਦੇ ਨਾਲ ਉਹਨਾਂ ਦੇ ਰਿਲੇਟਿਵਸ ਵੀ ਹੁੰਦੇ ਆ, ਅਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਨੂੰ ਕੋਈ ਸ਼ੂਗਰ BP ਦੀ ਬਿਮਾਰੀ ਹੈਗੀ ਆ। ਅਤੇ ਜਦੋਂ ਆਪਦੀ ਜਾਂਚ ਕਰਾਉਣ ਆਉਂਦੇ ਆ ਅਤੇ ਸਾਨੂੰ ਪਤਾ ਚੱਲਦਾ ਕਿ ਉਹਨਾਂ ਦਾ BP ਇੱਕਦਮ 200 ਹੋਇਆ ਪਿਆ, ਠੀਕ ਹੈ, ਬਟ ਉਹਨਾਂ ਨੂੰ ਫੀਲ ਹੀ ਨਹੀਂ ਹੁੰਦਾ ਕਿ ਸਾਡਾ BP ਇੰਨਾ ਜ਼ਿਆਦਾ ਵਧਿਆ ਪਿਆ। ਅਤੇ ਅਸੀਂ ਡੇਲੀ ਦੇ 15 ਤੋਂ 20 ਪੇਸ਼ੈਂਟਸ ਇੱਦਾਂ ਦੇ ਹੁੰਦੇ ਆ BP ਦੇ ਕਿ ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਡਾ BP ਵੱਧਦਾ ਪਿਆ ਸੀਗਾ ਅਤੇ ਸਾਨੂੰ ਦਵਾਈ ਲੈਣੀ ਚਾਹੀਦੀ ਹੈ। ਅਸੀਂ ਇੱਦਾਂ ਰੋਜ਼ ਸਾਨੂੰ ਪੇਸ਼ੈਂਟਸ ਮਿਲਦੇ ਆ ਜਿਨ੍ਹਾਂ ਨੂੰ ਅਸੀਂ ਮਤਲਬ ਗਾਈਡ ਕਰਦੇ ਹਾਂ ਕਿ ਤੁਹਾਨੂੰ ਦਵਾਈ ਲੈਣੀ ਚਾਹੀਦੀ ਹੈ, ਇਹਦੇ ਨਾਲ ਕੀ ਨੁਕਸਾਨ ਨੇ, ਚਾਹੇ ਉਹ ਸ਼ੂਗਰ ਦਾ ਮਰੀਜ਼ ਹੈ, ਚਾਹੇ ਉਹ BP ਦਾ, ਕੋਈ ਵੀ ਮਰੀਜ਼ ਆਉਂਦਾ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਇੱਥੇ। ਅਤੇ ਮੇਰੀ ਇਹੀ ਰਿਕੁਐਸਟ ਹੈ ਕਿ ਜਿਹੜੇ ਇੱਧਰ ਉੱਧਰ ਪੇਸ਼ੈਂਟਸ ਜਾਂਦੇ ਆ, RMP ਡਾਕਟਰ ਕੋਲ ਜਾਂਦੇ ਆ ਜਾਂ ਐਵੇਂ ਮੈਡੀਕਲ ਸ਼ਾਪਸ ਤੋਂ ਮੈਡੀਸਿਨ ਲੈ ਲੈਂਦੇ ਆ, ਉਹਨਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਮੈਡੀਸਿਨ ਦੀ ਕੋਈ ਡਿਗਰੀ ਨਹੀਂ ਹੁੰਦੀ, ਪਰ ਉਹ ਫਿਰ ਵੀ ਆਪਣੀ ਸਿਹਤ ਨੂੰ ਮੁੱਖ ਨਾ ਰੱਖਦੇ ਹੋਏ ਇੱਧਰ ਉੱਧਰ ਜਾ ਕੇ ਆਪਦੇ ਪੈਸੇ ਵੇਸਟ ਕਰਦੇ ਆ ਅਤੇ ਆਪਦਾ ਟਾਈਮ ਵੀ ਵੇਸਟ ਕਰਦੇ ਆ, ਜਿਹਦੇ ਕਰਕੇ ਉਹਨਾਂ ਦੀ ਜਿਹੜੀ ਬਿਮਾਰੀ ਹੈਗੀ ਹੈ ਉਹ ਕਾਫੀ ਮਤਲਬ ਕਰੋਨਿਕ ਹੋ ਚੁੱਕੀ ਹੁੰਦੀ ਹੈ, ਜਿਸ ਕਾਰਨ ਉਹਨਾਂ ਨੂੰ ਮਤਲਬ ਲੇਟਰ ਔਨ ਕਾਫੀ ਦਿੱਕਤ ਆਉਂਦੀ ਹੈ। ਜਿਵੇਂ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀਗਾ
ਥੋੜੇ ਦਿਨ ਪਹਿਲੇ ਹੀ ਉਹਨੂੰ ਮਤਲਬ ਸ਼ੂਗਰ ਸੀ। ਸ਼ੂਗਰ ਹੋਣ ਕਰਕੇ ਉਹਦਾ ਮਤਲਬ ਉਹਦੇ ਪੈਰ ਤੇ ਸੱਟ ਵੱਜ ਗਈ ਸੀ ਤੇ ਉਹਨੂੰ ਪਤਾ ਹੀ ਨਹੀਂ ਸੀ ਕਿ ਮੈਨੂੰ ਸ਼ੂਗਰ ਹੈਗੀ ਹੈ। ਤੇ ਉਹ ਆਰਐਮਪੀ ਡਾਕਟਰ ਕੋਲ ਲੈਂਦਾ ਰਿਹਾ ਦਵਾਈ। ਜਦੋਂ ਉਹਨੇ ਮਤਲਬ ਆਰਐਮਪੀ ਡਾਕਟਰ ਨੇ ਮਨਾ ਕਰਤਾ ਕਿ ਮੇਰੇ ਕੋਲ ਹੁਣ ਇਹਦਾ ਇਲਾਜ ਨਹੀਂ ਹੈ, ਉਹਨੇ ਅੱਗੇ ਸਿਵਲ ਹਸਪੀਟਲ ਭੇਜ ਦਿੱਤਾ। ਹੁਣ ਸਿਵਲ ਹਸਪੀਟਲ ਵਾਲੇ ਕੋਈ ਜਾਦੂ ਮੰਤਰ ਤਾਂ ਕਰਦੇ ਨਹੀਂ ਹੈ, ਉਹ ਅਗਲੇ ਸਾਰਾ ਕੇਸ ਹਿਸਟਰੀ ਲੈਂਦੇ ਆ। ਉਹ ਜੇ ਉਹਨਾਂ ਦੇ ਹੱਥ ਵਿੱਚ ਸਾਰਾ ਹੁੰਦਾ ਹੈ ਤਾਂ ਠੀਕ ਹੈ, ਨਹੀਂ ਤਾਂ ਉਹ ਵੀ ਅੱਗੋਂ ਦੀ ਮਰੀਜ਼ ਨੂੰ ਜਵਾਬ ਦੇ ਦਿੰਦੇ ਆ ਕਿ ਮੈਡੀਕਲ ਕਾਲਜ ਲੈ ਜਾਓ। ਜਦੋਂ ਉਹਨਾਂ ਦੇ ਹੱਥੋਂ ਜਦੋਂ ਕੰਮ ਨਿਕਲ ਜਾਂਦਾ ਤਾਂ ਉਹਨਾਂ ਨੂੰ ਅੱਗੇ ਭੇਜਣਾ ਪੈਂਦਾ, ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ। ਇਸ ਕਰਕੇ ਸਾਡੀ ਜਨਤਾ ਨੂੰ ਅਪੀਲ ਇਹ ਹੈਗੀ ਹੈ ਕਿ ਆਪਣਾ ਜਿਹੜਾ ਵੀ ਤੁਹਾਡਾ ਇਨੀਸ਼ੀਅਲ ਸਟੇਜ 'ਤੇ ਜੇ ਕੋਈ ਬਿਮਾਰੀ ਦਾ ਪਤਾ ਚੱਲ ਜਾਂਦਾ ਹੈ, ਚਾਹੇ ਉਹ ਕਾਲਾ ਪੀਲੀ ਹੈ, ਚਾਹੇ ਉਹ ਸ਼ੂਗਰ ਹੈ, ਚਾਹੇ ਉਹ ਬੀਪੀ ਹੈ, ਕਿਸੇ ਤਰ੍ਹਾਂ ਦਾ ਕੋਈ ਲੱਛਣ ਨਜ਼ਰ ਆਉਂਦਾ। ਹਾਂਜੀ, ਮੈਂ ਇਹਦੇ ਨਾਲ ਇੱਕ ਚੀਜ਼ ਹੋਰ ਦੱਸਣਾ ਚਾਹਾਂਗੀ ਕਿ ਜੇ ਕਿਸੇ ਨੂੰ ਕੋਈ ਬੀਪੀ ਵੱਧਦਾ ਹੈ, ਠੀਕ ਹੈ, ਬੀਪੀ ਕਿਸ ਤਰ੍ਹਾਂ ਵੱਧਦਾ ਸਾਨੂੰ ਨਹੀਂ ਪਤਾ ਹੁੰਦਾ, ਤੇ ਆਪਣਾ ਤੁਸੀਂ ਰੂਟੀਨ ਦੇ ਵਿੱਚ ਹਸਪੀਟਲ ਆਓ, ਇੱਧਰ ਮਾਹਰ ਡਾਕਟਰ ਹੈਗੇ ਆਪਣੇ ਕੋਲ। ਤੁਹਾਡਾ ਜਦੋਂ ਵੀ ਤੁਸੀਂ ਚੈੱਕਅਪ ਲਈ ਆਓਗੇ ਤੁਹਾਡਾ ਬੀਪੀ ਚੈੱਕ ਕੀਤਾ ਜਾਏਗਾ, ਜੇ ਤੁਸੀਂ ਕਹੋਗੇ ਤਾਂ ਤੁਹਾਡੇ ਸਾਰੇ ਟੈਸਟ ਵੀ ਕੀਤੇ ਜਾਣਗੇ। ਇੱਕ ਜਿਹੜਾ ਨੋਰਮਲ ਪਰਸਨ ਹੈ ਉਹਨੂੰ 6 ਮਹੀਨੇ 'ਚ ਇੱਕ ਵਾਰ ਸਾਰੇ ਟੈਸਟ ਆਪਣਾ ਰੂਟੀਨ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ, ਤਾਂ ਕਿ ਸਾਨੂੰ ਪਤਾ ਚੱਲਦਾ ਰਹੇ ਸਾਡੇ ਮਤਲਬ ਸਰੀਰ 'ਚ ਕੋਈ ਰੁਕਾਵਟ ਤਾਂ ਨਹੀਂ ਆ ਰਹੀ ਹੈ। ਤੇ ਜੇਕਰ ਕਿਸੇ ਨੂੰ ਕੋਈ ਸ਼ੂਗਰ ਦੀ ਬਿਮਾਰੀ ਹੈਗੀ ਹੈ, ਜੇ ਉਹਦੇ ਕਿਤੇ ਕੋਈ ਸੱਟ ਵੱਜ ਜਾਂਦੀ ਹੈ ਜਾਂ ਫਿਰ ਕਿਸੇ ਮਤਲਬ ਉਹਨੂੰ ਬਾਰ-ਬਾਰ ਬਾਥਰੂਮ ਆ ਰਿਹਾ ਹੈ, ਕੁਝ ਇੱਦਾਂ ਦੀ ਕੋਈ ਦਿੱਕਤ ਹੁੰਦੀ ਹੈ, ਤਾਂ ਪਲੀਜ਼ ਡਾਕਟਰ ਨੂੰ ਆ ਕੇ ਕੰਸਰਨ ਕਰਨ, ਕਿਉਂਕਿ ਜੇ ਕਿਤੇ ਸੱਟ ਵੱਜ ਗਈ ਉਹਦਾ ਇਲਾਜ ਨਹੀਂ ਹੋ ਪਾਇਆ ਤੇ ਉਹਦੀ ਸ਼ੂਗਰ ਵਧੀ ਹੋਈ ਹੈ ਤਾਂ ਇੱਥੋਂ ਤੱਕ ਕਿ ਉਹਦੇ ਅੰਗ ਕੱਟਣ ਤੱਕ ਦੀ ਨੌਬਤ ਆ ਜਾਂਦੀ ਹੈ। ਫਿਰ ਉਹ ਡਾਕਟਰ ਦੇ ਹੱਥ ਵੱਸੋਂ ਕੰਮ ਬਾਹਰ ਹੋ ਜਾਂਦਾ ਹੈ, ਜਿਸ ਕਾਰਨ ਫਿਰ ਉਹ ਮਰੀਜ਼ ਜਿਹੜਾ ਹੈਗਾ ਉਹ ਡਾਕਟਰ ਨੂੰ ਕੋਸਦਾ ਹੈ ਕਿ ਮੈਨੂੰ ਤੁਸੀਂ ਪਹਿਲੇ ਨਹੀਂ ਦੱਸਿਆ ਜਾਂ ਤੁਸੀਂ ਮਤਲਬ ਮੇਰਾ ਇਲਾਜ ਨਹੀਂ ਸਹੀ ਕੀਤਾ। ਇਸ ਕਰਕੇ ਤੁਹਾਨੂੰ ਪਲੀਜ਼ ਇਹੀ ਅਪੀਲ ਹੈ ਕਿ ਤੁਸੀਂ ਆ ਕੇ ਆਪਣੇ ਜਿਹੜੇ ਨਜ਼ਦੀਕੀ ਸਿਵਲ ਹਸਪੀਟਲ ਹੁੰਦੇ ਹੈ ਜਾਂ ਮੈਡੀਕਲ ਕਾਲਜ, ਜਿੱਥੇ ਵੀ ਤੁਹਾਨੂੰ ਜੋ ਵੀ ਨਜ਼ਦੀਕ ਪੈਂਦਾ, ਤੁਸੀਂ ਉੱਥੇ ਜਾ ਕੇ ਮਿਲੋ ਉਹਨਾਂ ਨੂੰ ਤੇ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੋ, ਕਿਉਂਕਿ ਸਰਕਾਰ ਨੇ ਬਹੁਤ ਸਾਰੀਆਂ ਇੱਦਾਂ ਦੀਆਂ ਸਕੀਮਸ ਚਲਾਈਆਂ ਹੋਈਆਂ ਜਿਨ੍ਹਾਂ ਵਿੱਚ ਇਲਾਜ ਵੀ ਫ੍ਰੀ ਹੁੰਦਾ ਹੈ, ਦਵਾਈਆਂ ਵੀ ਫ੍ਰੀ ਮਿਲਦੀਆਂ, ਫਿਰ ਅਸੀਂ ਉਹਨਾਂ ਦਾ ਫਾਇਦਾ ਵੀ ਨਹੀਂ ਉਠਾਉਂਦੇ। ਕਿਉਂਕਿ ਅਸੀਂ ਇਹ ਫਾਇਦਾ ਇਸ ਲਈ ਨਹੀਂ ਉਠਾ ਪਾ ਰਹੇ ਆਪਾਂ, ਕਿਉਂਕਿ ਸਾਨੂੰ ਇਸ ਚੀਜ਼ ਦੀ ਨੌਲੇਜ ਹੀ ਨਹੀਂ ਹੈਗੀ। ਤੁਸੀਂ ਇੱਕ ਵਾਰੀ ਸਿਵਲ ਹਸਪੀਟਲ ਆ ਕੇ ਚਾਹੇ ਮੇਰੇ ਨਾਲ ਮਿਲੋ, ਕਿਸੇ ਨਾਲ ਵੀ ਮਿਲੋ, ਮਤਲਬ ਉਹ ਤੁਹਾਨੂੰ ਸਹੀ ਗਾਈਡ ਕਰਨਗੇ, ਠੀਕ ਹੈ। ਉਹ ਗਾਈਡੈਂਸ ਤੁਹਾਨੂੰ ਮਤਲਬ ਗਾਈਡੈਂਸ ਦੇ ਨਾਲ ਤੁਹਾਨੂੰ ਇਹ ਪਤਾ ਚੱਲੂਗਾ ਕਿ ਸਾਨੂੰ ਕਿੱਥੇ ਜਾਣਾ, ਕਿੱਥੇ ਟੈਸਟ ਹੋਣੇ ਹੈ, ਕਿੱਥੇ ਸਾਨੂੰ ਦਵਾਈਆਂ ਮਿਲਣੀਆਂ ਨੇ। ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤੇ ਉਹ ਆਪਦੇ ਸੰਬੰਧਿਤ ਸਰਕਾਰੀ ਹਸਪਤਾਲ ਵਿੱਚ ਆ ਕੇ ਆਪਣੇ ਜਿਹੜੇ ਮਾਹਰ ਡਾਕਟਰ ਦੀ ਟੀਮਾਂ ਹੈਗੀਆਂ ਉਹਨਾਂ ਨੂੰ ਆ ਕੇ ਮਿਲੋ। ਤੇ ਮੈਂ ਇੱਕ ਧਿਆਨਯੋਗ ਦੇਣ ਦੀ ਗੱਲ ਇਹ ਕਹਿ ਰਹੀ ਹਾਂ ਕਿ ਜਿਹੜੇ ਬੀਪੀ ਦੇ ਮਰੀਜ਼ ਹੈਗੇ ਨੇ, ਹਾਈਪਰਟੈਂਸਿਵ ਪੇਸ਼ੈਂਟਸ ਹੁੰਦੇ ਆ, ਉਹਨਾਂ ਦੀ ਜਿਹੜੇ ਸਿੰਪਟਮਸ ਹੈਗੇ ਆ, ਬਾਰ-ਬਾਰ ਮੂੰਹ ਸੁੱਕਦਾ ਹੈ, ਉਹਨਾਂ ਨੂੰ ਇੱਕਦਮ ਤਰੇਲੀ ਆ ਜਾਂਦੀ ਹੈ, ਇਸ ਤਰ੍ਹਾਂ ਦੇ ਜਿਹੜੇ ਪੇਸ਼ੈਂਟਸ ਹੁੰਦੇ ਨੇ ਉਹ ਆਪਦਾ ਬੀਪੀ ਜ਼ਰੂਰ ਚੈੱਕ ਕਰਵਾਉਣ, ਠੀਕ ਹੈ ਜੀ। ਜਿਵੇਂ ਸ਼ੂਗਰ ਦੇ ਪੇਸ਼ੈਂਟਸ ਹੈਗੇ ਆ, ਲੈਵਲ ਇੱਕਦਮ ਵੱਧ ਜਾਊਗਾ ਤੇ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ। ਜੇ ਕੋਈ ਸੱਟ ਵੱਜ ਗਈ ਉਹ ਠੀਕ ਨਹੀਂ ਹੋਊਗੀ, ਜੇ ਕੋਈ ਜੇ ਬਾਥਰੂਮ ਆ ਰਿਹਾ ਬਾਰ-ਬਾਰ ਤਾਂ ਵੀ ਉਹਨਾਂ ਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਮਤਲਬ ਇਹ ਇੱਦਾਂ ਦੀਆਂ ਸਾਨੂੰ ਲੱਗਦਾ ਹੈ ਕਿ ਇਹ ਕੁਝ ਵੀ ਨਹੀਂ ਹੈ ਬਿਮਾਰੀ, ਪਰ ਸਾਨੂੰ ਆਪਦੇ ਸੰਬੰਧਿਤ ਡਾਕਟਰ ਦੇ ਨਾਲ ਮਿਲਣਾ ਬਹੁਤ ਜ਼ਰੂਰੀ ਹੈ। ਇਹ ਲੇਟਰ ਔਨ ਸਾਨੂੰ ਬਾਅਦ 'ਚ ਪਰੇਸ਼ਾਨ ਕਰੂਗੀ, ਤੇ ਜੇ ਸ਼ੂਗਰ ਵੱਧ ਗਈ ਤਾਂ ਉਹਦੇ ਨਾਲ ਸਾਡੀ ਅੱਖਾਂ ਵੀ ਜਾ ਸਕਦੀਆਂ ਨੇ। ਜੇ ਬੀਪੀ ਵੱਧ ਗਿਆ ਤਾਂ ਸਾਨੂੰ ਅਧਰੰਗ ਦਾ ਅਟੈਕ ਵੀ ਹੋ ਸਕਦਾ ਹੈ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਦੌਰ ਚੱਲ ਰਿਹਾ ਹੈ ਇਹਦੇ ਵਿੱਚ ਜੇ ਕਿਸੇ ਤਰ੍ਹਾਂ ਦਾ ਕੋਈ ਬਜ਼ੁਰਗ ਇਨਸਾਨ ਜੇ ਬੈੱਡ 'ਤੇ ਜੇ ਕੋਈ ਬੈੱਡ ਰਿਡਨ ਹੋ ਜਾਂਦਾ ਹੈ ਤੇ ਉਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈਗਾ, ਕਿਉਂਕਿ ਚਲਦੇ ਫਿਰਦੇ ਨੂੰ ਹੀ ਸਾਰੇ ਸਲਾਮਾਂ ਕਰਦੇ ਹੈ ਜੀ, ਤੇ ਕੋਈ ਬੈੱਡ 'ਤੇ ਪਏ ਨੂੰ ਕੋਈ ਨਹੀਂ 4 ਦਿਨ ਵੀ ਪੁੱਛਦਾ। ਇਸ ਕਰਕੇ ਮੇਰੀ ਇਹੀ ਅਪੀਲ ਹੈ, ਜੇ ਕੋਈ ਪੇਸ਼ੈਂਟ ਇਸ ਤਰ੍ਹਾਂ ਦਾ ਮਿਲਦਾ ਤੁਹਾਨੂੰ, ਉਹਨੂੰ ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ ਭੇਜੋ। ਪਲੱਸ ਜੇ ਕਿਸੇ ਨੂੰ ਕੋਈ ਕੈਂਸਰ ਦਾ ਕੋਈ ਪੇਸ਼ੈਂਟ ਹੈਗਾ, ਉਹ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਗੰਢ ਨਜ਼ਰ ਆਉਂਦੀ ਹੈ ਉਹਨੂੰ ਆਪਦੇ ਸਰੀਰ ਦੇ ਵਿੱਚ, ਤਾਂ ਉਹ ਵੀ ਇੱਧਰ ਤੁਸੀਂ ਆ ਕੇ ਦਿਖਾ ਸਕਦੇ ਹੋ। ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਤਰ੍ਹਾਂ ਦੇ ਕੋਈ ਟੈਸਟ ਦੀ ਲੋੜ ਹੈ, ਡਾਕਟਰ ਨੂੰ ਲੱਗਦਾ ਹੈ ਟੈਸਟਾਂ ਦੀ ਲੋੜ ਹੈ, ਤੇ ਅਸੀਂ ਸਾਰੇ ਟੈਸਟ ਵੀ ਕਰਵਾਵਾਂਗੇ। ਤੇ ਇੱਕ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਇੱਧਰ ਸਾਰੇ ਟੈਸਟ ਸਾਡੇ ਫ੍ਰੀ ਹੁੰਦੇ ਆ। ਹੋਰ ਜਿਹੜੇ ਸੀਨੀਅਰ ਸਿਟੀਜ਼ਨਸ ਵਾਸਤੇ ਸਾਡੇ ਜਿਹੜੇ ਸਾਰੇ ਟੈਸਟ ਹੈਗੇ ਉਹ ਫ੍ਰੀ ਹੈਗੇ ਆ। ਤੁਸੀਂ ਮਾਹਰ ਡਾਕਟਰਾਂ ਕੋਲ ਜਾਓ ਤਾਂ ਜ਼ਿਆਦਾ ਫਾਇਦੇਮੰਦ ਹੋਊਗਾ ਤੁਹਾਡੇ ਵਾਸਤੇ।
ਤੇ ਜੇ ਤੁਸੀਂ ਸਾਡੇ ਨਾਲ ਇੱਧਰ ਕੰਟੈਕਟ ਕਰਨਾ ਚਾਹੁੰਦੇ ਹੋ, ਮੇਰੀ ਡਿਊਟੀ ਸਿਵਲ ਹਸਪੀਟਲ ਫਰੀਦਕੋਟ ਵਿਖੇ 1 ਨੰਬਰ ਕਮਰੇ ਦੇ ਵਿੱਚ ਐਸਐਮਓ ਸਰ ਦੇ ਨਾਲ, ਐਸਐਮਓ ਸਰ ਦੇ ਕਮਰੇ ਦੇ ਵਿੱਚ ਹੁੰਦੀ ਹੈ। ਮੈਂ ਡਾਇਬਟੀਜ਼, ਹਾਈਪਰਟੈਂਸ਼ਨ ਤੇ ਕਾਲੇ ਪੀਲੀਏ ਦੇ ਜਿਹੜੇ ਪੇਸ਼ੈਂਟਸ ਆਉਂਦੇ ਆ ਉਹਨਾਂ ਦੀ ਕਾਉਂਸਲਿੰਗ ਕਰਦੀ ਹਾਂ। ਜੇ ਉਹਨਾਂ ਵਿੱਚੋਂ ਕੋਈ ਸਸਪੈਕਟਡ ਜਾਂ ਫਿਰ ਕੋਈ ਪੇਸ਼ੈਂਟ ਇੱਦਾਂ ਦਾ ਹੁੰਦਾ ਜਿਹਨੂੰ ਮਤਲਬ ਇਹ ਚੀਜ਼ਾਂ ਹੁੰਦੀਆਂ ਨੇ, ਬਿਮਾਰੀਆਂ ਹੁੰਦੀਆਂ ਨੇ, ਉਹਨਾਂ ਦਾ ਇਲਾਜ ਵੀ ਇੱਥੇ ਫ੍ਰੀ ਕਰਾਇਆ ਜਾਂਦਾ। ਤੇ ਆਪਣੇ ਮਾਹਰ ਡਾਕਟਰ ਹੈਗੇ ਨੇ ਐਸਐਮਓ ਚੰਦਰਸ਼ੇਖਰ ਜੀ, ਤੇ 2 ਡਾਕਟਰ ਹੋਰ ਵੀ ਹੈਗੇ ਮੈਡੀਸਿਨ ਦੇ, ਉਹਨਾਂ ਨੂੰ ਵੀ ਤੁਸੀਂ ਦਿਖਾ ਸਕਦੇ ਹੋ। ਤੇ ਬਸ ਮੇਰੀ ਤਾਂ ਅੰਤ ਵਿੱਚ ਇਹੀ ਅਪੀਲ ਹੈ ਜੀ, ਤੁਸੀਂ ਮਾਹਰ ਡਾਕਟਰਾਂ ਨੂੰ ਆਪਣੀ ਬਿਮਾਰੀ ਦਾ ਇਲਾਜ ਕਰਵਾਓ। ਸਰਕਾਰੀ ਹਸਪੀਟਲ ਦੇ ਵਿੱਚ ਸਾਰੇ ਟੈਸਟ ਫ੍ਰੀ ਕੀਤੇ ਜਾਂਦੇ ਆ, ਜਿੰਦੇ ਵਿੱਚ ਕਾਲੇ ਪੀਲੀਏ ਦੇ ਕਾਲਾ ਪੀਲੀਆ B ਤੇ C ਦੋਵੇਂ ਟੈਸਟ ਕੀਤੇ ਜਾਂਦੇ ਆ। ਜਦੋਂ ਆਪਾਂ ਪਹਿਲੇ ਅਲਾਈਜ਼ਾ ਕਰਵਾਉਂਦੇ ਆ, ਜਦੋਂ ਉਹਦੀ ਰਿਪੋਰਟ ਆ ਜਾਂਦੀ ਹੈ, ਜੇ ਉਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਰਿਐਕਟਿਵ ਹੈਗਾ, ਫਿਰ ਉਸ ਤੋਂ ਬਾਅਦ ਉਹਦਾ PCR ਕਰਵਾਇਆ ਜਾਂਦਾ, ਜਿੰਦੇ 'ਚ ਕਿ ਸਾਨੂੰ ਪਤਾ ਚੱਲਦਾ ਹੈ ਕਿ ਇਹਦੇ 'ਚ ਵਾਇਰਲ ਲੋਡ ਕਿੰਨਾ ਹੈਗਾ। ਜਦੋਂ ਉਹਦਾ ਵਾਇਰਲ ਲੋਡ ਜ਼ਿਆਦਾ ਆਉਂਦਾ ਤਾਂ ਉਹਦੀ ਮੈਡੀਸਿਨ ਸ਼ੁਰੂ ਕੀਤੀ ਜਾਂਦੀ ਹੈ। ਕਾਲੇ ਪੀਲੀਏ ਦੇ ਦੋਨੋਂ ਕਿਸਮਾਂ ਦੇ ਜਿਹੜੇ ਹੈਗਾ ਇਲਾਜ ਉਹ ਇੱਥੇ ਫ੍ਰੀ ਕੀਤਾ ਜਾਂਦਾ ਹੈ, ਤੇ ਇਹ ਸਾਰਾ ਆਨਲਾਈਨ ਰਜਿਸਟਰਡ ਹੁੰਦਾ ਹੈ, ਤੇ ਇਹ ਭਾਰਤ ਸਰਕਾਰ ਦੁਆਰਾ ਸਾਰੀਆਂ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਹਨ। ਸਾਨੂੰ ਸਰਕਾਰ ਵੱਲੋਂ ਇੱਕ BP ਦੀ ਆਟੋਮੈਟਿਕ ਮਸ਼ੀਨ ਦਿੱਤੀ ਗਈ ਹੈ, ਜਿੰਦੇ ਵਿੱਚ ਕਿ BP ਪੇਸ਼ੈਂਟ ਖੁਦ ਵੀ ਚੈੱਕ ਕਰ ਸਕਦਾ ਹੈ, ਤੇ ਇਹਦੀ ਬਕਾਇਦਾ ਸਲਿੱਪ ਵੀ ਨਿਕਲਦੀ ਹੈ। ਤੇ ਉਹ ਅਸੀਂ ਸਲਿੱਪ ਡਾਕਟਰ ਨੂੰ ਦਿਖਾ ਕੇ ਇਹਨਾਂ ਦੀ ਮਤਲਬ ਮੈਡੀਸਿਨ ਫਰਦਰ ਸ਼ੁਰੂ ਕਰਦੇ ਹਾਂ। ਦੂਸਰੀ ਗੱਲ, ਜਿਹੜੇ ਸ਼ੂਗਰ ਤੇ BP ਦੇ ਪੇਸ਼ੈਂਟਸ ਹੈਗੇ ਆ, ਉਹਨਾਂ ਦੀ ਅਸੀਂ ਨਾਲ ਕਾਉਂਸਲਿੰਗ ਵੀ ਕਰਦੇ ਹਾਂ। ਕਾਉਂਸਲਿੰਗ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਮਾਰਨਿੰਗ ਤੇ ਈਵਨਿੰਗ ਵਾਕ ਕਰਨੀ ਚਾਹੀਦੀ ਹੈ। ਜੇ ਪੇਸ਼ੈਂਟ ਡਾਇਬੀਟਿਕ ਹੈਗਾ ਤਾਂ ਉਹਨੂੰ ਮਿੱਠਾ ਖਾਣ ਤੋਂ ਪਰਹੇਜ਼ ਵਾਸਤੇ ਕਿਹਾ ਜਾਂਦਾ ਹੈ। ਜਿਹੜੇ ਸ਼ੂਗਰ ਦੇ ਪੇਸ਼ੈਂਟਸ ਅਸੀਂ ਦੇਖਦੇ ਹਾਂ ਸਾਡੇ ਕੋਲ ਆਉਂਦੇ ਨੇ, ਉਹ ਕਹਿੰਦੇ ਅਸੀਂ ਚਾਹ ਜਿਹੜੀ ਹੈਗੀ ਆ ਮਿੱਠੀ ਨਹੀਂ ਪੀਂਦੇ ਜੀ, ਅਸੀਂ ਉਹਦੇ 'ਚ ਚੀਨੀ ਨਹੀਂ ਪਾਉਂਦੇ। ਪਰ ਉਹਨਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ, ਸ਼ੂਗਰ ਦੇ ਮਰੀਜ਼ ਵਾਸਤੇ ਜਿੰਨੀ ਚੀਨੀ ਨੁਕਸਾਨਦੇਹ ਹੈਗੀ ਹੈ, ਓਨਾ ਹੀ ਗੁੜ, ਸ਼ੱਕਰ ਤੇ ਸ਼ਹਿਦ ਵੀ ਓਨੀ ਨੁਕਸਾਨਦੇਹ ਹੈਗੀ ਹੈ। ਇਸ ਕਰਕੇ ਇਹ ਚੀਜ਼ਾਂ ਅਸੀਂ ਇੱਥੇ ਸਮਝਾਉਂਦੇ ਹਾਂ। ਤੇ ਜਿਹੜੇ BP ਦੇ ਮਰੀਜ਼ ਨੇ ਉਹਨਾਂ ਨੂੰ ਸਟ੍ਰਿਕਟਲੀ ਕਿਹਾ ਜਾਂਦਾ ਹੈ ਕਿ ਜਿਹੜੇ ਨਮਕ ਹੈਗੀ ਹੈ, ਨਮਕ ਦੀ ਵਰਤੋਂ ਬਹੁਤ ਹੀ ਘੱਟ ਮਾਤਰਾ ਵਿੱਚ ਕਰਨੀ ਹੈ। ਜਿਵੇਂ ਅਚਾਰ, ਚਟਨੀਆਂ, ਨਮਕੀਨ ਵਗੈਰਾ ਇਹ ਘੱਟ ਲੈਣਾ ਚਾਹੀਦਾ। ਤੇ ਜਿਵੇਂ ਸਲਾਦ ਦੇ ਵਿੱਚ, ਲੱਸੀ ਦੇ ਵਿੱਚ, ਦਹੀਂ ਦੇ ਵਿੱਚ ਉਹਨਾਂ ਨੂੰ ਨਮਕ ਪਾਉਣ ਤੋਂ ਅਸੀਂ ਮਨਾ ਕਰਦੇ ਹਾਂ। ਦਿਨ ਦੇ ਵਿੱਚ ਜਿਹੜਾ 5 ਚੁਟਕੀ ਨਮਕ ਸਫੀਸ਼ੀਐਂਟ ਹੈਗਾ ਇੱਕ BP ਦੇ ਪੇਸ਼ੈਂਟ ਵਾਸਤੇ, ਵੀ ਇੰਨਾ ਨਮਕ ਖਾ ਸਕਦਾ। ਇਸ ਤੋਂ ਵੱਧ ਜੇ ਉਹ ਖਾਂਦਾ ਤਾਂ ਉਹਦੇ ਵਾਸਤੇ ਨੁਕਸਾਨਦੇਹ ਹੈਗਾ। ਤੇ ਨਾਲ ਕਾਉਂਸਲਿੰਗ ਦੇ ਨਾਲ ਇਹਨਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਂਦੀਆਂ ਨੇ, ਵੀ ਕਾਉਂਸਲਿੰਗ ਵੀ ਅਸੀਂ ਕਰਦੇ ਹਾਂ ਤੇ ਦਵਾਈਆਂ ਵੀ ਦਿੰਦੇ ਹਾਂ। ਤੇ ਦਵਾਈਆਂ ਵੀ ਉਦੋਂ ਹੀ ਅਸਰ ਕਰਦੀਆਂ ਨੇ ਜੇ ਉਹਦਾ ਪਰਹੇਜ਼ ਕਰਦਾ ਮਰੀਜ਼, ਨਹੀਂ ਤਾਂ ਸਾਡਾ ਜੇ ਪਰਹੇਜ਼ ਸਾਡੇ ਕੋਲ ਨਹੀਂ ਹੈਗਾ ਤੇ ਉਹ ਦਵਾਈਆਂ ਦੀ ਡੋਜ਼ ਵੱਧਦੀ ਜਾਊਗੀ ਤੇ ਸਾਨੂੰ ਦੋਨਾਂ ਵਿੱਚੋਂ ਕਿਸੇ ਦਾ ਵੀ ਫਾਇਦਾ ਨਹੀਂ ਹੋਏਗਾ। ਇਸ ਕਰਕੇ ਮੇਰੀ ਇਹੀ ਅਪੀਲ ਹੈਗੀ ਆ ਕਿ ਤੁਸੀਂ ਆਪਣੇ ਸੰਬੰਧਿਤ ਡਾਕਟਰ ਨੂੰ, ਆਪਦੇ ਸੰਬੰਧਿਤ ਹਸਪਤਾਲ ਦੇ ਵਿੱਚ ਜਾ ਕੇ ਮਾਹਰ ਡਾਕਟਰ ਨੂੰ ਆਪਦੇ ਬਿਮਾਰੀ ਦਾ ਉਹਨਾਂ ਦੇ ਕੋਲੋਂ ਇਲਾਜ ਕਰਵਾਓ, ਤਾਂ ਕਿ ਤੁਸੀਂ ਆਪਦੀ ਸਿਹਤ ਦਾ ਪੂਰੀ ਤਰ੍ਹਾਂ ਧਿਆਨ ਰੱਖ ਸਕੋ। ਧੰਨਵਾਦ।